ਕਿ ਗੁਰੂ ਜੀ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਪੰਥ ਸੁਣਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ ਸੋ ਕਹੂ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਚੱਟੀਐ ਤੁਧ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਧੰਨ ਵਾਹਿਗੁਰੂ ਸਾਹਿਬ ਜੀਓ ਫਲਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ
ਸੇਜ ਸੁਹਾਵੀ ਸਰਬ ਸੁਖ, ਹੁਣ ਦੁਖਾਂ ਨਾਹੀ ਜਾਏ। ਇਛ ਪੁੰਨੀ ਵਡ ਭਾਗਣੀ, ਵਰ ਪਾਇਆ ਹਰ ਰਾਏ। ਮਿਲ ਸਹੀਆਂ ਮੰਗਲ ਗਾਵਹੀ, ਗੀਤ ਗੋਵਿੰਦ ਆਲਾਏ। ਹਰ ਜਿਹਾ ਅਵਰ ਨਾ ਦਿਸਈ, ਕੋਈ ਦੂਜਾ ਲਵੈ ਨਾ ਲਾਏ। ਹਲਤ ਪਲਤ ਸਵਾਰਿਓਨ, ਨਿਹਚਲ ਦਿੱਤੀਆਂ ਜਾਏ। ਸੰਸਾਰ ਸਾਗਰ ਤੇ ਰਖਿਆਨ, ਬਹੁੜ ਨਾ ਜਨਮੈ ਧਾਇ। ਜਿਹਵਾ ਏਕ ਅਨੇਕ ਗੁਣ, ਤਰੇ ਨਾਨਕ ਚਰਨੀ ਪਾਏ। ਫਲ ਗੁਣ ਨਿਤ ਸਲਾਹੀਐ, ਜਿਸਨੂੰ ਤਿਲ ਨਾ ਤਮਾਏ। ਜਿਨ ਜਿਨ ਨਾਮ ਧਿਆਇਆ, ਤਿਨ ਕੇ ਕਾਜ ਸਰੇ। ਹਰ ਗੁਰ ਪੁਰਾਇਆ ਰਾਧਿਆ, ਦਰਗਹਿ ਸਚ ਖਰੇ। ਸਰਬ ਸੁਖਾ ਨਿਦ ਚਰਨ ਹਰ, ਪਉ ਜਲ ਬਿਖਮ ਤਰੇ। ਪ੍ਰੇਮ ਭਗਤ ਤਿਨ ਪਾਈਆ, ਬਿਖਿਆ ਨਾਹੀਂ ਜਰੇ। ਕੂੜ ਗਏ ਦੁਬਦਾ ਨਸੀ, ਪੂਰਨ ਸੱਚ ਪਰੇ। ਪਾਰ ਬ੍ਰਹਮ ਪ੍ਰਭ ਸੇਵੰਦੇ, ਮਨ ਅੰਦਰ ਏਕ ਤਰੇ। ਮਹਾਦਿਵਸ ਮੂਰਤ ਭਲੇ, ਜਿਸ ਕਉ ਨਦਰ ਕਰੇ। ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਮਹਾਦਿਵਸ ਮੂਰਤ ਭਲੇ, ਜਿਸ ਕਉ ਨਦਰ ਕਰੇ। ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਮ ਮਿਲੇ ਤਾਂ ਜੀਵਾਂ, ਨਾਨਕ ਨਾਮ ਮਿਲੇ। 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 ਨਾਨਕ ਨਾਮ ਮਿਲੇ ਤਾਂ ਜੀਵਾਂ, ਨਾਨਕ ਨਾਮ ਮਿਲੇ ਤਾਂ ਜੀਵਾਂ। ਨਾਨਕ ਨਾਮ ਮਿਲੇ ਤਾਂ
ਤਨ ਮਨ ਥੀਵੈ ਹਾਰਿਆ, ਤਨ ਮਨ ਥੀਵੈ ਹਾਰਿਆ। ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਜੀ ਦੇ ਵੱਡੇ ਭਾਗ ਹਨ ਜੋ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਹਜ਼ੂਰੀ ਵਿੱਚ ਜੁੜ ਬੈਠ ਕੇ ਸਾਧ ਸੰਗਤ ਜੀਓ, ਆਸਾ ਜੀ ਦੀ ਵਾਰ ਦਾ ਕੀਰਤਨ ਜਿੱਥੇ ਆਪ ਜੀ ਨੇ ਸ਼ਰਵਣ ਕੀਤਾ ਹੈ, ਉੱਥੇ 12 ਮਾਹ ਦੀ ਪਵਿੱਤਰ ਬਾਣੀ ਦਾ ਇਹ ਅੰਤਲਾ ਪਦ ਜਿਸ ਦਾ ਆਪ ਜੀ ਨੇ ਪਾਠ ਸ਼ਰਵਣ ਕੀਤਾ ਹੈ, ਇਸ ਦੀ ਵਿਚਾਰ ਸ਼ਰਵਣ ਕਰਨ ਵਾਸਤੇ ਸਾਧ ਸੰਗਤ ਜੀ ਆਪ ਜੀ ਜੁੜ ਬੈਠੇ ਹੋ। ਗਰੀਬ ਨਵਾਜ ਪਾਤਸ਼ਾਹ ਜੀ ਕਿਰਪਾ ਕਰਨ, ਜੋ ਸੁਣੀਏ ਉਹਨੂੰ ਹਿਰਦੇ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਤੋ ਸਾਰੇ ਮਨੋ ਬਿਰਤੀਆਂ ਇਕਾਗਰ ਚਿੱਤ ਕਰੋ, ਕੋਈ ਰਸਨਾ ਵਾਂਝੀ ਨਾ ਰਹੇ। ਸਾਰੇ ਇੱਕ ਵਾਰੀ ਰਸਨਾ ਕਰੋ ਪਵਿੱਤਰ, ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਬਖਸ਼ਿਸ਼ ਰਹਿਮਤ ਕਿਰਪਾਲਤਾ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਧ ਸੰਗਤ ਜੀਓ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਸਾਹਿਬ ਕਹਿਣ ਲੱਗੇ, ਫਲਗੁਣ ਦਾ ਮਹੀਨੇ ਰਾਹੀਂ ਉਪਦੇਸ਼ ਕੀਤਾ ਸਾਹਿਬ ਨੇ। ਹਜ਼ੂਰ ਕਹਿੰਦੇ ਨੇ ਆਨੰਦ ਦੀ ਪ੍ਰਾਪਤੀ ਹੋ ਗਈ। ਬੜੀ ਵੱਡੀ ਦਾਤ ਕਿਸੇ ਨੂੰ ਆਨੰਦ ਮਿਲ ਜਾਏ, ਜ਼ਬਾਨੀ ਕਲਾਮੀ ਤੇ ਗੁਰੂ ਕੇ ਸਵਾਰਿਓ ਅਸੀਂ ਕਹਿ ਦਿੰਦੇ ਹਾਂ, ਕੋਈ ਹਾਲ ਪੁੱਛੇ ਸੁਣਾ ਤੇਰਾ ਕੀ ਹਾਲ ਹੈ, ਅਸੀਂ ਸੁਭਾਵਕ ਕਹਿ ਦਿੰਦੇ ਹਾਂ ਬਹੁਤ ਆਨੰਦ ਹੈ। ਵੈਸੇ ਵੀ ਸੰਸਾਰ ਦੀ ਫਿਤਰਤ ਹੈ, ਜਦੋਂ ਪਹਿਲੀ ਵਾਰ ਕਿਸੇ ਨੂੰ ਮਿਲੇ ਤੇ ਸ਼ਬਦ ਇਹ ਕਹੇ ਕੀ ਹਾਲ ਹੈ, ਭਾਵੇਂ ਅੱਤ ਦਾ ਦੁਖੀ ਕਿਉਂ ਨਾ ਬੰਦਾ ਹੋਵੇ, ਇੱਕ ਵਾਰੀ ਜ਼ਬਾਨ ਵਿੱਚੋਂ ਨਿਕਲ ਜਾਂਦਾ ਸਭ ਠੀਕ ਹੈ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਜ਼ੁਬਾਨ ਤੋਂ ਆਨੰਦ ਆਖਿਆ ਤੇ ਜ਼ਰੂਰ ਹੈ, ਪਰ ਇਸ ਆਨੰਦ ਨੂੰ ਸ਼ਾਇਦ ਕਦੀ ਸੁਪਨੇ ਵਿੱਚ ਵੀ ਨਹੀਂ ਮਾਣਿਆ ਹੋਵੇਗਾ। ਜਿਹੜਾ 2 ਘੜੀਆਂ ਪਹਿਲਾਂ ਆਨੰਦ ਕਹਿੰਦਾ, ਕੋਈ ਨੁਕਸਾਨ ਹੋ ਜਾਏ, ਉਹਦੇ ਦੁੱਖ ਵਿੱਚ ਉਸ ਦੇ ਦੁੱਖ ਨੂੰ ਮਿਣਿਆ ਨਹੀਂ ਜਾ ਸਕਦਾ, ਇੰਨਾ ਦੁਖੀ ਹੋ ਜਾਂਦਾ ਹੈ, ਇੰਨਾ ਪਰੇਸ਼ਾਨ ਹੋ ਜਾਂਦਾ ਹੈ। ਮੇਰੇ ਸਾਹਿਬ ਕਹਿੰਦੇ, ਇਹ ਕਿਹੜਾ ਆਨੰਦ ਜਿਹੜਾ 2 ਘੜੀਆਂ ਪਹਿਲਾਂ ਹੈ ਸੀ ਤੇ 2 ਘੜੀਆਂ ਬਾਅਦ ਖੰਭ ਲਾ ਕੇ ਉੱਡ ਗਿਆ। ਸਤਿਗੁਰਾਂ ਨੇ ਸਾਧ ਸੰਗਤ ਬੜੇ ਪਿਆਰੇ ਬਚਨ ਕਹਿ, ਆਨੰਦ ਇੱਕ ਉਹ ਦਾਤ ਹੈ ਜਿੱਥੇ ਜਾ ਕੇ ਬੰਦਾ ਹਮੇਸ਼ਾ ਖਿੜਿਆ ਰਹਿੰਦਾ ਹੈ, ਖੀਵਾ ਰਹਿੰਦਾ ਹੈ, ਪ੍ਰਸੰਨ ਰਹਿੰਦਾ ਹੈ, ਔਰ ਉਹਦੀ ਪ੍ਰਸੰਨਤਾ ਦੁਨੀਆ ਦੀ ਕਿਸੇ ਪ੍ਰਸਥਿਤੀ ਦੇ ਅੰਦਰ ਵੀ, ਦੁਨੀਆ ਦੀ ਕਿਸੇ ਦੁੱਖ ਦੀ ਚੋਟ ਦੇ ਅੰਦਰ ਵੀ ਉਹਦੇ ਖੇੜੇ ਦਾ ਕਦੀ ਵਿਘਨ ਨਹੀਂ ਪੈ ਸਕਦਾ। ਤੇ ਇਹ ਖੇੜਾ, ਇਹ ਆਨੰਦ ਗੁਰੂ ਕੇ ਸਵਾਰਿਓ
ਕੇਵਲ ਤੇ ਕੇਵਲ ਮਿਲਦਾ ਹੈ ਪਰਮੇਸ਼ਵਰ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜ ਕੇ। ਪਰਮੇਸ਼ਵਰ ਵਾਹਿਗੁਰੂ ਜੀ ਦੇ ਚਰਨਾਂ ਵਿੱਚੋਂ ਉਤਪੰਨ ਹੁੰਦਾ ਹੈ ਆਨੰਦ, ਤੇ ਜਿਹਦੇ ਅੰਦਰ ਆ ਜਾਏ ਗੁਰੂ ਕੇ ਸਵਾਰਿਓ, ਉਹਦੇ ਸਾਰੇ ਹੀ ਜੀਵਨ ਦੀ ਕਹਾਣੀ ਸਫਲ ਹੋ ਜਾਂਦੀ। ਸਾਹਿਬ ਦਾ ਪਵਿੱਤਰ ਬਚਨ, ਮੇਰੀਆਂ ਕੁਝ ਬੇਨਤੀਆਂ ਸ਼ਰਵਣ ਧਿਆਨ ਨਾਲ ਸੁਣਨਾ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ, ਆਨੰਦ ਕਹਿੰਦਾ ਤੇ ਜ਼ਰੂਰ ਹੈ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਫਿਰ ਕਹਿੰਦੇ ਕੀ ਆਨੰਦ ਹੈ? ਇਹ ਆਨੰਦ ਹੈ ਮੋਟਰ ਗੱਡੀ ਵਧੀਆ ਘੁੰਮਣ ਲਈ ਮਿਲ ਜਾਏ, ਰਹਿਣ ਲਈ ਮਕਾਨ ਵਧੀਆ ਮਿਲ ਜਾਏ, ਮਾਇਆ ਦੀ ਕੋਈ ਕਮੀ ਨਾ ਹੋਵੇ, ਕੀ ਇਹੀ ਆਨੰਦ ਹੈ? ਮੇਰੇ ਸਾਹਿਬ ਕਹਿੰਦੇ ਨਹੀਂ। ਹਜ਼ੂਰ ਕਹਿ ਲਗੇ, ਮੈਂ ਦੁਨੀਆ ਵਿੱਚ ਐਸੇ ਲੋਕਾਂ ਨੂੰ ਵੀ ਪਰੇਸ਼ਾਨ ਹੁੰਦਿਆਂ ਤੇ ਦੁਖੀ ਹੁੰਦਿਆਂ ਵੇਖਿਆ ਹੈ, ਜਿਹੜੇ ਬਹੁਤ ਮਾਲਦਾਰ ਤੇ ਜਿਨ੍ਹਾਂ ਦੇ ਇੱਕ ਹੁਕਮ ਤੇ ਪੱਤਾ ਨਹੀਂ ਸੀ ਖਿਲਦਾ ਹੁਕਮ ਤੋਂ ਬਿਨਾਂ, ਅਖੀਰ ਨੂੰ ਉਹਨਾਂ ਨੂੰ ਵੀ ਮੈਂ ਸੰਸਾਰ ਤੋਂ ਰੋਂਦਿਆਂ ਤੱਕਿਆ ਹੈ। ਫਿਰ ਆਨੰਦ ਕੀ? ਗਰੀਬ ਨਵਾਜ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲਵਖ ਕੱਟੇ, ਗਿਆਨ ਅੰਜਨ ਸਾਰਿਆ। ਮੇਰੇ ਸਾਹਿਬ ਕਹਿੰਦੇ ਆ ਆਨੰਦ ਹੈ। ਕਰ ਕਿਰਪਾ ਕਿਰਵਖ ਕੱਟੇ, ਗਿਆਨ ਅੰਜਨ ਸਾਰਿਆ। ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸਚੈ ਸਵਾਰਿਆ। ਕਹਿ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਮੇਰੇ ਸਾਹਿਬ ਕਹਿ ਲਗੇ, ਬਸ ਕਿਰਪਾ ਕੀਤੀ ਤੇ ਰੱਬ ਦੀ ਕਿਰਪਾ ਨਾਲ ਅੰਦਰੋਂ ਪਾਪ ਕੱਟੇ ਗਏ, ਬਸ ਆਹੀ ਆਨੰਦ ਹੈ। ਕਰ ਕਿਰਪਾ ਕਿਲਵਿਖ ਕੱਟੇ, ਗਿਆਨ ਅੰਜਨ ਸਾਰਿਆ, ਤੇ ਅੰਦਰ ਗਿਆਨ ਰੱਬ ਦਾ ਪੈਦਾ ਹੋ ਗਿਆ। ਸਾਰੇ ਦੇ ਸਾਰੇ ਪਾਪ ਖੰਭ ਲਾ ਕੇ ਉੱਡ ਗਏ। ਆਨੰਦ ਸਰੂਪ ਪਰਮੇਸ਼ਵਰ ਹਿਰਦੇ ਵਿੱਚ ਆ ਗਿਆ। ਤੇ ਫਿਰ ਮੇਰੇ ਸਾਹਿਬ ਕਹਿੰਦੇ, ਉਹ ਆਨੰਦ ਬਣਿਆ, ਉਹ ਆਨੰਦ ਕਦੀ ਟੁੱਟ ਨਹੀਂ ਸਕਿਆ। ਨਾ ਆਰੇ ਦੇ ਦੰਦੇ ਉਸ ਨੂੰ ਭੰਗ ਕਰ ਸਕੇ, ਨਾ ਰੰਬੀ ਉਸ ਨੂੰ ਖਤਮ ਕਰ ਸਕੀ, ਨਾ ਬੰਦ ਭਾਵੇਂ ਕਟਾ ਲਿਆ, ਪਰ ਬੰਦ ਕਟਾਣ ਦੇ ਬਾਵਜੂਦ ਵੀ ਉਹ ਆਨੰਦ ਸਮਾਪਤ ਨਹੀਂ ਹੋਇਆ। ਇਹ ਆਨੰਦ ਹੈ, ਅੰਦਰੋਂ ਪਾਪ ਕੱਟੇ ਜਾਣ, ਗੁਰੂ ਰਹਿਮਤ ਕਰਦਾ, ਅੰਦਰੋਂ ਭਾਗ ਲਾਦਾ, ਹਿਰਦੇ ਵਿੱਚ ਬਖਸ਼ਿਸ਼ ਕਰ ਦੇਵੇ। ਸਾਹਿਬ ਕਹਿੰਦੇ ਇਹ ਆਨੰਦ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਫਲਗੁਣ ਦੇ ਮਹੀਨੇ ਰਾਹੀਂ ਕਹਿੰਦੇ ਆਨੰਦ ਬਣ ਗਿਆ। ਗੱਲ ਵੀ ਇੱਥੋਂ ਸ਼ੁਰੂ ਕੀਤੀ ਸੀ। ਜਦੋਂ ਸਾਹਿਬ ਦੀ ਪਵਿੱਤਰ ਬਾਣੀ ਤੁਸੀਂ ਪੜ੍ਹੋ, ਜਦੋਂ ਚੇਤ ਦੇ ਮਹੀਨੇ ਦੀ ਗੱਲ ਕਰਦੇ ਨੇ, ਉਹਨਾਂ ਨੇ ਬਚਨ ਕਹਿ ਲਗੇ, ਚੇਤ ਗੋਵਿੰਦ ਆਰਾਧੀਐ, ਹੋਵੇ ਆਨੰਦ ਘਣਾ। ਸਾਹਿਬ ਕਹਿ ਲਗੇ, ਆਰਾਧ ਕੇ ਵੇਖ, ਤੈਨੂੰ ਆਨੰਦ ਮਿਲ ਜਾਏਗਾ। ਆਰਾਧਨਾ ਤੋਂ ਬਿਨਾਂ ਆਨੰਦ ਨਹੀਂ। ਲਕਸ਼ ਸੀ ਆਨੰਦ ਤੱਕ ਪਹੁੰਚਣਾ, ਪਹੁੰਚਿਆ ਆਰਾਧਨਾ ਕਰਕੇ। ਆਰਾਧਨਾ ਕਰਦਾ ਰਿਹਾ, ਤਪੱਸਿਆ ਕਰਦਾ ਰਿਹਾ। ਤਪੱਸਿਆ ਕਰਦਿਆਂ ਕਰਦਿਆਂ ਬੜੇ ਉਤਰਾ ਚੜਾ ਆਏ। ਬੰਦਗੀ ਕਰਨ ਵਾਲੇ ਕਈਆਂ ਅਵਸਥਾਵਾਂ ਵਿੱਚੋਂ ਨਿਕਲਦੇ ਨੇ। ਵੈਸੇ ਵੀ ਮਨੁੱਖੀ ਮਨ ਸਦਾ ਕਿਹੜਾ ਹਰ ਵੇਲੇ ਇੱਕੋ ਜਿਹਾ ਨਹੀਂ ਰਹਿੰਦਾ। ਅਵਸਥਾ ਮਾਣਦਿਆਂ ਸਿਮਰਨ ਕਰਦਿਆਂ ਬੜੇ ਪੜਾਵਾਂ ਵਿੱਚੋਂ ਮਨ ਗੁਜ਼ਰਿਆ। ਫਿਰ ਕਹਿੰਦੇ ਨੇ, ਸਾਧਨਾ ਕਰਦਾ ਸੀ, ਕਦੀ ਵਿਰਾਗ ਪੈਦਾ ਹੋਇਆ, ਤਿਆਗ ਪੈਦਾ ਹੋਇਆ। ਕਦੀ ਇਹ ਵੀ ਮਹਿਸੂਸ ਹੋਇਆ ਵੀ ਮੈਨੂੰ ਮੇਰਾ ਪਰਮੇਸ਼ਵਰ ਕਦੋਂ ਮਿਲੇਗਾ। ਉਹਦੇ ਬਿਨਾਂ ਝੱਟ ਲੰਘਣਾ ਬੜਾ ਔਖਾ ਹੋ ਗਿਆ। ਤੇ ਗੁਰੂ ਕੇ ਸਵਾਰਿਓ ਵਕਤ ਬਣਿਆ, ਸਮਾਂ ਬਣਿਆ। ਫਿਰ
ਮੇਰੇ ਸਾਹਿਬ ਕਹਿੰਦੇ ਇਸ ਤਰ੍ਹਾਂ ਸਾਧਕ ਸਾਧਨਾ ਕਰਦਾ ਗਿਆ, ਤਪੱਸਿਆ ਕਰਦਾ ਗਿਆ, ਤੇ ਤਪੱਸਿਆ ਕਰਦਿਆਂ ਕਰਦਿਆਂ ਆਖਰ ਫਲਗੁਨ ਦਾ ਮਹੀਨਾ ਆ ਗਿਆ। ਉਸ ਫਲਗੁਨ ਦੇ ਮਹੀਨੇ ਵਿੱਚ ਉਪਦੇਸ਼ ਦਿੱਤਾ, ਕਹਿ ਲੱਗੇ ਫਿਰ ਸਾਧਨਾ ਪੂਰੀ ਹੋ ਗਈ, ਸਾਧਨਾ ਨੂੰ ਫਲ ਲੱਗ ਗਿਆ ਤੇ ਬਖਸ਼ਿਸ਼ ਕੀ ਹੋਈ? ਫਲਗੁਣ ਆਨੰਦ ਉਪਾਰਜਨਾ। ਉਪਾਰਜਨਾ ਦਾ ਮਤਲਬ ਹੈ ਪ੍ਰਗਟ ਹੋਣਾ, ਪੈਦਾ ਹੋਣਾ। ਫਲਗੁਣ ਆਨੰਦ ਉਪਾਰਜਨਾ, ਕਹਿਣ ਲੱਗੇ ਫਲਗੁਣ ਦੇ ਮਹੀਨੇ ਰਾਹੀਂ ਉਪਦੇਸ਼ ਦਿੱਤਾ, ਆਨੰਦ ਪ੍ਰਗਟ ਹੋ ਗਿਆ, ਆਨੰਦ ਮਿਲ ਗਿਆ। ਤੇ ਕਿਹੜਾ ਆਨੰਦ? ਆਨੰਦ ਦੇਣ ਵਾਲਾ ਵਾਹਿਗੁਰੂ ਜਦੋਂ ਆ ਗਿਆ, ਫਿਰ ਬਾਕੀ ਬਚੀ ਕਿਹੜੀ ਚੀਜ਼? ਫਲਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ। ਹਰੀ ਸੱਜਣ ਹਿਰਦੇ ਵਿੱਚ ਪ੍ਰਗਟ ਹੋ ਗਏ, ਹਰੀ ਸੱਜਣ ਹਿਰਦੇ ਵਿੱਚ ਆ ਗਏ, ਹਰੀ ਸੱਜਣ ਦਾ ਹਿਰਦੇ ਵਿੱਚ ਨਿਵਾਸ ਹੋ ਗਿਆ। ਫਲਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ। ਮੇਰੇ ਸਾਹਿਬ ਕਹਿੰਦੇ ਇਹ ਦਾਤ, ਇਹ ਬਖਸ਼ਿਸ਼ ਜਦੋਂ ਹੋ ਗਈ, ਆਨੰਦ ਮਿਲ ਗਿਆ, ਤੇ ਪੁੱਛਿਆ ਇਹ ਪ੍ਰਾਪਤੀ ਕਿਵੇਂ ਹੋਈ? ਪ੍ਰਾਪਤੀ ਮੇਰੇ ਸਾਹਿਬ ਫਿਰ ਦੱਸਦੇ, ਕਹਿੰਦੇ ਸੰਤ ਸਹਾਈ RAM ਕੇ। ਜਿਹੜੇ ਗੁਰਮੁਖ ਸੱਜਣ, ਰੱਬ ਦੇ ਪਿਆਰੇ ਸਾਧੂ ਲੋਕ, ਜਿਨ੍ਹਾਂ ਤਪੱਸਿਆ ਕੀਤੇ, ਬੰਦਗੀ ਕੀਤੀ, ਕਹਿ ਲਗੇ ਬੰਦਗੀ ਕਰਦਿਆਂ ਕਰਦਿਆਂ ਆਖਰ ਕਿਰਪਾ ਹੋ ਗਏ। ਉਹਨਾਂ ਦੀ ਸੰਗਤ ਵਿੱਚ ਬੈਠ ਕੇ ਸੰਤ ਸਹਾਈ RAM ਕੇ, ਪਰਮੇਸ਼ਵਰ ਦੇ ਸੰਤ ਉਹ ਸਹਾਈ ਬਣੇ। ਉਹਨਾਂ ਨੇ ਸਹਾਇਤਾ ਕੀਤੀ, ਉਹਨਾਂ ਦੀ ਸੰਗਤ ਵਿੱਚ ਬੈਠ ਕੇ ਫਲ ਲੱਗਿਆ ਸਿਮਰਨ ਦਾ। ਤਪੱਸਿਆ ਲਈ ਚਾਅ ਪੈਦਾ ਹੋਇਆ, ਨਾਮ ਜਪਿਆ, ਬੰਦਗੀ ਕੀਤੀ ਤੇ ਚੜ੍ਹਦੀ ਕਲਾ ਬਣਦੀ ਗਈ। ਸੰਤ ਸਹਾਈ RAM ਕੇ ਘਰ ਕਿਰਪਾ ਦੀਆ ਮਿਲਾਏ। ਉਹਨਾਂ ਨੇ ਕਿਰਪਾ ਕੀਤੀ, ਸਾਧਵਾਂ ਦੀ ਅਸੀਸ ਦਿੱਤੀ, ਸਾਧਵਾਂ ਨੇ, ਗੁਰਮੁਖ ਜਨਾਂ ਨੇ। ਤੇ ਉਹਨਾਂ ਗੁਰਮੁਖਾਂ ਦੀ ਅਸੀਸ ਸਦਕਾ ਫਿਰ ਮੇਰੇ ਸਾਹਿਬ ਕਹਿੰਦੇ ਨੇ ਹੋਇਆ ਕੀ? ਕਰ ਕਿਰਪਾ ਦੀਆ ਮਿਲਾਏ। ਉਹਨਾਂ ਨੇ ਕਿਰਪਾ ਕੀਤੀ ਤੇ ਜਨਮਾਂ ਜਨਮਾਂਤਰਾਂ ਦੇ ਵਿਛੜੇ ਹੋਏ ਨੂੰ ਮਿਲਾ ਦਿੱਤਾ। ਉਹ ਮਿਲਾਉਣ ਦੀ ਸਮਰੱਥਾ ਰੱਖਦੇ ਨੇ, ਤਾਂ ਹੀ ਤੇ ਹਜ਼ੂਰ ਨੇ ਬਚਨ ਕੀਤੇ, ਕੋਈ ਜਨ ਹਰ ਸਿਉ ਦੇਵੈ ਜੋਰ। ਕੋਈ ਰੱਬ ਦਾ ਪਿਆਰਾ ਮੈਨੂੰ ਰੱਬ ਨਾਲ ਜੋੜੇ ਸਹੀ। ਪੁੱਛਿਆ ਜੇ ਜਿਹੜਾ ਜੋੜੇਗਾ ਉਹਨੂੰ ਭੇਟਾ ਕੀ ਦੇਂਗਾ, ਕਿਹੜੀ ਚੀਜ਼ ਦੇਵੇਂਗਾ ਤੂੰ? ਤਾਂ ਮੇਰੇ ਸਾਹਿਬ ਜੀ ਨੇ ਆਖਿਆ, ਸਾਧਕ ਫਿਰ ਉਹਨੂੰ ਜਵਾਬ ਦਿੰਦਾ, ਕਹਿੰਦਾ ਜਿੰਨੇ ਮਿਲਣਾ ਹੋਵੇ। ਇਹ ਵੈਸੇ ਉਹਨਾਂ ਦੀ ਗਾਥਾ ਹੈ ਜਿਨ੍ਹਾਂ ਦੇ ਅੰਦਰ ਰੱਬ ਨੂੰ ਮਿਲਣ ਦਾ ਸ਼ੌਕ ਤੇ ਚਾਹ ਹੈ। ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਾਹੋਂ ਮੈਂ ਉਹਦੇ ਚਰਨ ਪਕੜਾਂਗਾ। ਬਕੋਂ ਸ਼ੁਭ ਰਸਨਾ, ਮੈਂ ਮਿੱਠੇ ਮਿੱਠੇ ਬੋਲ ਬੋਲਾਂਗਾ। ਦੀਜੈ ਪ੍ਰਾਣ ਅਕੋਰ, ਮੈਂ ਆਪਣੇ ਪ੍ਰਾਣਾ ਦੀ ਭੇਟਾ ਉਸ ਅੱਗੇ ਰੱਖ ਦਿਆਂਗਾ ਤੇ ਆਖਾਂਗਾ ਜੇ ਤੂੰ ਪ੍ਰਾਣਾ ਦੀ ਭੇਟਾ ਲੈ ਕੇ ਵੀ ਰੱਬ ਮੈਨੂੰ ਮਿਲਾ ਦੇਵੇਂ ਤੇ ਵੀ ਸੌਖ ਦਾ ਸੌਖਾ ਹੈ। ਮੇਰੇ ਸਾਹਿਬ ਕਹਿੰਦੇ ਨੇ ਸਾਧਵਾਂ ਨੇ, ਗੁਰਮੁਖਾਂ ਨੇ ਕਿਰਪਾ ਕੀਤੀ। ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ। ਕਿਰਪਾ ਕੀਤੀ, ਮਿਲਾ ਦਿੱਤਾ। ਸੇਜ ਸੁਹਾਵੀ, ਹੁਣ ਹਿਰਦੇ ਦੀ ਸੇਜਾ ਸੋਹਣੀ ਬਣ ਗਈ। ਰੱਬ ਆ ਗਿਆ ਤੇ ਰੱਬ ਦੇ ਆਉਣ ਨਾਲ ਹਿਰਦੇ ਦੀ ਸੇਜਾ ਬੜੀ ਸੋਹਣੀ ਬਣ ਗਈ। ਪਹਿਲਾਂ ਤੇ ਹਿਰਦਾ, ਪਹਿਲਾਂ ਤੇ ਮਨ ਜਿਹੜਾ ਸੀ ਬੜੇ ਬਲ ਬਿੰਗ ਸਨ ਇਸ ਵਿੱਚ, ਆਪਣਿਆਂ ਨਾਲ
ਪਿਆਰ ਕਰਦਾ, ਕਿਸੇ ਨਾਲ ਨਫ਼ਰਤ ਕਰਦਾ, ਕਿਸੇ ਤੇ ਕ੍ਰੋਧ ਕਰਦਾ, ਕਦੀ ਹਉਮੈ ਕਰਦਾ, ਕਦੀ ਈਰਖਾ ਕਰਦਾ। ਪਰ ਸਾਹਿਬ ਕਹਿੰਦੇ ਜਦੋਂ ਕਿਰਪਾ ਹੋਈ ਫਿਰ ਸੇਜ ਸੁਹਾਵੀ, ਸਰਬ ਸੁਖ, ਸਾਰੇ ਸੁਖ ਮਿਲ ਗਏ, ਸੇਜਾ ਸੁਹਾਵੀ ਹੋ ਗਈ ਹਿਰਦੇ ਦੀ। ਹੁਣ ਦੁੱਖਾਂ ਨਾਹੀਂ ਜਾਏ, ਜਾਏ ਕਹਿੰਦੇ ਨੇ ਥਾਂ ਨੂੰ। ਕਹਿਣ ਲੱਗੇ ਹੁਣ ਦੁੱਖ ਲਈ ਥਾਂ ਹੀ ਨਹੀਂ ਬਚੀ, ਦੁੱਖ ਲਈ ਥਾਂ ਹੀ ਨਹੀਂ ਬਚੀ, ਇੰਨਾ ਸੁੱਖ ਭਰਪੂਰ ਹੋ ਗਿਆ। ਹੁਣ ਕਹਿਣ ਲੱਗੇ ਲਬਾ ਲਬ ਹਿਰਦਾ ਸੁੱਖ ਨਾਲ ਭਰਿਆ ਗਿਆ, ਹੁਣ ਦੁੱਖਾਂ ਨਾਹੀਂ ਜਾਏ, ਦੁੱਖ ਲਈ ਕੋਈ ਥਾਂ ਨਹੀਂ। ਇਚ ਪੁੰਨੀ ਵੱਡ ਭਾਗਣੀ, ਵੱਡੇ ਭਾਗਾਂ ਵਾਲਿਆਂ ਦੀ ਇੱਛਾ ਪੂਰੀ ਹੋ ਗਈ, ਸੁੱਖ ਮਿਲ ਗਿਆ। ਦੁੱਖਾਂ ਦਾ ਕੋਈ ਡੇਰਾ ਹੀ ਨਹੀਂ, ਦੁੱਖਾਂ ਨੂੰ ਕੋਈ ਥਾਂ ਹੀ ਨਹੀਂ ਰਹੀ। ਬੜਾ ਪਿਆਰਾ ਪ੍ਰਸੰਗ, ਹਜ਼ੂਰ ਦੀ ਬਾਂਹ ਵੈਦ ਨੇ ਪਕੜੀ ਤੇ ਪਕੜ ਕੇ ਕਹਿਣ ਲੱਗਾ, ਨਾਨਕ ਮੇਰੇ ਸਤਿਗੁਰੂ ਜੀ ਆਪਣੀ ਰਸਨਾ ਤੋਂ ਪੁੱਛ ਰਾਹੀਂ ਬਚਨ ਕਰਦੇ ਨੇ, ਵੈਦ ਜੀ ਮੇਰੀ ਬਾਂਹ ਕਾਹਦੇ ਲਈ ਢੰਡੋਲਦੇ ਹੋ, ਕਾਹਦੇ ਲਈ ਵੇਖਦੇ ਹੋ? ਵੈਦ ਨੇ ਆਖਿਆ, ਨਾਨਕ ਤੇਰਾ ਪਿਤਾ ਮੈਨੂੰ ਬੁਲਾ ਕੇ ਲਿਆਇਆ, ਕਿਉਂਕਿ ਤੇਰੇ ਅੰਦਰ ਕੋਈ ਰੋਗ ਪੈਦਾ ਹੋ ਗਿਆ, ਵੱਤ ਪਿੱਤ ਕਫ, ਇਹਨਾਂ ਤਿੰਨਾਂ ਵਿੱਚੋਂ ਕੋਈ ਵੱਧ ਘਟ ਗਿਆ ਹੈ, ਮੈਂ ਉਹ ਵੇਖਦਾ ਚੈੱਕ ਕਰਦਾ ਹਾਂ। ਜਿਹੜਾ ਰੋਗ ਤੇਰੇ ਵਿੱਚ ਪੈਦਾ ਹੋਇਆ ਹੈ, ਮੈਂ ਉਸ ਰੋਗ ਨੂੰ ਲੱਭ ਰਿਹਾ ਹਾਂ। ਮੇਰੇ ਗਰੀਬ ਨਵਾਜ ਪਾਤਸ਼ਾਹ ਜੀ ਮੁਸਕਰਾਏ, ਕਹਿਣ ਲੱਗੇ ਪਹਿਲੀ ਵਾਰ ਦੁਨੀਆ ਵਿੱਚ ਦੇਖਦਾ ਰੋਗੀ ਤੰਦਰੁਸਤਾਂ ਨੂੰ ਚੱਕ ਪੈ ਕਰਦੇ, ਜਿਹੜੇ ਆਪ ਰੋਗ ਵਿੱਚ ਗ੍ਰਸਤ, ਜਿਹੜੇ ਆਪ ਬਿਮਾਰੀਆਂ ਨਾਲ ਗ੍ਰਸਤ, ਉਹ ਤੰਦਰੁਸਤਾਂ ਦੀ ਪੜਤਾਲ ਪੈ ਕਰਦੇ ਨੇ। ਵੈਦ ਕਹਿਣ ਲੱਗਾ, ਨਾਨਕ ਮੈਂ ਗੱਲ ਸਮਝਿਆ ਨਹੀਂ। ਆਖਣ ਲੱਗੇ, ਨਹੀਂ ਤੈਨੂੰ ਆਪਣੇ ਰੋਗ ਦੀ ਪਹਿਚਾਣ ਹੋਣੀ ਚਾਹੀਦੀ ਹੈ। ਵੈਦਾ ਵੈਦ ਸੋ ਵੈਦ ਤੂੰ, ਪਹਿਲਾਂ ਰੋਗ ਪਹਿਚਾਣ। ਐਸਾ ਦਾਰੂ ਲੋੜ ਲਓ ਜਿਤ ਵੈਦ ਵੰਝੇ ਰੋਗਾਂ ਕਾਣ। ਕਹਿਣ ਲੱਗੇ, ਨਹੀਂ ਬਸ ਆਇਆ ਸੀ ਸਤਿਗੁਰਾਂ ਦੇ ਰੋਗ ਦੀ ਨਿਵਰਤੀ ਲਈ, ਪਰ ਉਸ ਦੇ ਭਾਗ ਚੰਗੇ ਸਨ। ਮੇਰੇ ਸਾਹਿਬ ਨੇ ਕਿਰਪਾ ਕਰਕੇ ਉਹਦੇ ਜਨਮਾਂ ਜਨਮਾਂਤਰਾਂ ਦੇ ਦੁੱਖ ਰੋਗ ਜਿਹੜੇ ਸਨ ਉਸ ਵੈਦ ਦੇ ਖਤਮ ਕਰ ਦਿੱਤੇ, ਕਿਉਂਕਿ ਆਪ ਤੇ ਗੁਰੂ ਆਨੰਦ ਸਰੂਪ ਹੈ। ਮੇਰੇ ਸਾਹਿਬ ਕਹਿੰਦੇ ਨੇ ਹੁਣ ਦੁੱਖ ਲਈ ਥਾਂ ਨਹੀਂ। ਜਦੋਂ ਕੋਈ ਭਜਨ ਕਰਦਾ, ਸਿਮਰਨ ਕਰਦਾ, ਕੋਈ ਦੁੱਖ ਲਈ ਥਾਂ ਨਹੀਂ। ਰੱਬ ਆ ਗਿਆ, ਇਚ ਪੁੰਨੀ ਵੱਡ ਭਾਗਣੀ, ਵੱਡੇ ਭਾਗਾਂ ਵਾਲੇ ਦੀ ਇੱਛਾ ਪੂਰੀ ਹੋ ਗਈ। ਇੱਛਾ ਕਿਹੜੀ ਸੀ? ਰੱਬ ਦੀ ਪ੍ਰਾਪਤੀ। ਇੱਛਾ ਕਿਹੜੀ ਸੀ? ਪਰਮੇਸ਼ਵਰ ਨਾਲ ਮਿਲਾਪ। ਐਸੀ ਇੱਛਾ ਬੜੇ ਵੱਡੇ ਭਾਗਾਂ ਵਾਲਿਆਂ ਦੇ ਹਿਰਦੇ ਵਿੱਚ ਪੈਦਾ ਹੁੰਦੀ ਹੈ। ਮਾਇਆ ਦੀ ਇੱਛਾ, ਸੁਖ ਆਰਾਮ ਦੀ ਇੱਛਾ, ਧਨ ਦੌਲਤ ਦੀ ਇੱਛਾ, ਹੋਰ ਨਾਨਾ ਪ੍ਰਕਾਰ ਦੀਆਂ ਇੱਛਾਵਾਂ, ਇਹ ਤਾਂ ਬੰਦੇ ਵਿੱਚ ਸਦਾ ਬਣੀਆਂ ਰਹਿੰਦੀਆਂ ਨੇ। ਪਰ ਗੁਰੂ ਕੇ ਸਵਾਰਿਓ, ਰੱਬ ਦੀ ਇੱਛਾ, ਰੱਬ ਦੀ ਪ੍ਰਾਪਤੀ ਦੀ ਇੱਛਾ ਕਿਸੇ ਅੰਦਰ ਪੈਦਾ ਹੋ ਜਾਏ ਤੇ ਉਹ ਗੁਰੂ ਅੱਗੇ ਅਰਦਾਸ ਕਰੇ, ਗੁਰੂ ਪ੍ਰਸੰਨ ਹੋ ਜਾਂਦੇ ਨੇ ਵੀ ਕਿੰਨਾ ਜੀਵਨ ਸਫਲਾ ਕਰਨ ਲਈ ਇਹ ਬੇਨਤੀ ਪਿਆ ਕਰਦਾ, ਅੰਦਰੋਂ ਬੇਨਤੀ ਪਿਆ ਕਰਦਾ। ਸਾਹਿਬ ਕਹਿੰਦੇ ਫਿਰ ਇੱਛਾ ਪੂਰੀ ਹੁੰਦੀ ਏ। ਇਚ ਪੁੰਨੀ ਵੱਡ ਭਾਗਣੀ, ਵਰ ਪਾਇਆ ਹਰ ਰਾਏ। ਉਹਨੂੰ ਹਰੀ ਪਰਮੇਸ਼ਵਰ ਵਾਹਿਗੁਰੂ ਵਰ ਪ੍ਰਾਪਤ ਹੋ ਗਿਆ, ਵੱਡੇ ਭਾਗਾਂ ਵਾਲੀ ਜੀਵ ਇਸਤਰੀ ਨੂੰ ਉਹਨੂੰ ਪਰਮੇਸ਼ਵਰ ਮਿਲ ਗਿਆ। ਫਿਰ ਕਹਿੰਦੇ ਮਿਲ ਸਹੀਆਂ ਮੰਗਲ ਗਾਵਹੀ,
ਇਹਦੇ ਅਰਥ ਟੀਕਾਕਾਰਾਂ ਨੇ ਆਪਣੇ ਆਪਣੇ ਢੰਗ ਨਾਲ ਬੜੇ ਪਿਆਰੇ ਕੀਤੇ। ਮਿਲ ਸਹੀਆਂ ਸਤ ਸੰਗੀ ਸਹੇਲੀਆਂ ਨਾਲ ਮਿਲ ਕੇ ਉਹ ਗੁਣ ਗਾਉਂਦੀ ਹੈ ਜੀਵ ਇਸਤਰੀ, ਜਿਹਦੀ ਰੱਬ ਨਾਲ ਬਣ ਜਾਏ। ਉਹਨੂੰ ਸਤ ਸੰਗ ਸਹੇਲੀਆਂ, ਰੱਬ ਦਾ ਨਾਮ ਜਪਣ ਵਾਲੀਆਂ, ਸਿਮਰਨ ਕਰਨ ਵਾਲੀਆਂ ਸਤ ਸੰਗੀ ਸਹੇਲੀਆਂ ਜਿਹੜੀਆਂ ਚੰਗੀਆਂ ਲੱਗਦੀਆਂ ਨੇ। ਦੂਜਾ ਸਤ ਮਿਲ ਸਹੀਆਂ ਸਖੀਆਂ, ਇਹਨਾਂ ਗਿਆਨ ਇੰਦਰੀਆਂ ਰਾਹੀਂ ਹਰ ਵੇਲੇ ਉਸ ਦੀ ਯਾਦ ਵਿੱਚ ਜੁੜੇ ਰਹਿਣਾ। ਗੀਤ ਗੋਬਿੰਦ ਆਲਾਏ, ਗੋਬਿੰਦ ਦੇ ਗੀਤ ਹਰ ਵੇਲੇ ਗਾਉਂਦੇ ਰਹਿਣਾ। ਜਿਹੜੇ ਰੱਬ ਨਾਲ ਜੁੜੇ ਨੇ, ਜਿਨ੍ਹਾਂ ਨੂੰ ਰੱਬ ਦੀ ਪ੍ਰਾਪਤੀ ਹੋ ਗਈ ਗੁਰੂ ਕੇ ਸਵਾਰਿਓ, ਉਹ ਫਿਰ ਕਦੀ ਰੱਬ ਨੂੰ ਦਾ ਨਾਮ ਜਪਣਾ ਛੱਡਦੇ ਨਹੀਂ। ਉਹ ਤੇ ਹਰ ਵੇਲੇ ਸਿਮਰਨ ਕਰਦੇ, ਹਰ ਵੇਲੇ ਭਜਨ ਕਰਦੇ ਨੇ, ਕਿਉਂਕਿ ਸ਼ੌਕ ਹੈ ਨਾ। ਸ਼ੌਕ ਸਿਮਰਨ ਕਰਨ ਵਾਲੇ ਜਿਹੜੇ ਸਾਧੂ ਲੋਕ ਨੇ, ਉਹਨਾਂ ਨੂੰ ਸ਼ੌਕ ਨਾ ਕੋਈ ਚੰਗਾ ਪਾਣ ਦਾ, ਨਾ ਕੋਈ ਚੰਗਾ ਖਾਣ ਦਾ, ਨਾ ਕੋਈ ਚੰਗਾ ਹੰਡਾਣ ਦਾ। ਉਹਨਾਂ ਨੂੰ ਸ਼ੌਕ ਹੈ ਕੇਵਲ ਤੇ ਕੇਵਲ ਸਿਮਰਨ ਹੰਡਾਣ ਦਾ, ਨਾਮ ਹੰਡਾਣ ਦਾ। ਨਾਮ ਤੋਂ ਬਿਨਾ ਉਹ ਨਹੀਂ ਜੀ ਸਕਦੇ। ਸਾਹਿਬ ਕਹਿੰਦੇ ਨੇ ਨਾ, ਨਾਮ ਬਿਨਾ ਨਹੀਂ ਜੀਵਿਆ ਜਾਏ। ਇਹ ਉਹਨਾਂ ਦੀ ਅਵਸਥਾ ਹੈ। ਵਡੇ ਭਾਗ ਗੁਰਮੁਖ ਹਰ ਪਾਏ, ਨਾਮ ਜਪੋ ਮੇਰੇ ਸਾਜਨ ਸੈਨਾ। ਨਾਮ ਬਿਨਾ ਮੈਂ ਅਵਰ ਨਾ ਕੋਈ, ਵਡੇ ਭਾਗ ਗੁਰਮੁਖ ਹਰ ਲੈਣਾ। ਇੱਕ ਪਲ ਵੀ ਸਿਮਰਨ ਤੋਂ ਬਿਨਾ ਗੁਰੂ ਕੇ ਸਵਾਰਿਓ ਲੰਘਦਾ ਨਹੀਂ। ਮੇਰੇ ਸਾਹਿਬ ਕਹਿੰਦੇ ਅਗਲਾ ਬਚਨ, ਹਰ ਜੇਹਾ ਅਵਰ ਨਾ ਦਿਸਈ। ਉਹਨਾਂ ਨੂੰ ਰੱਬ ਤੋਂ ਬਿਨਾ ਕੋਈ ਹੋਰ ਉਹ ਜਿਹਾ ਨਜ਼ਰ ਨਹੀਂ ਆਉਂਦਾ। ਵੈਸੇ ਵੀ ਰੱਬ ਤੋਂ ਬਿਨਾ ਕੋਈ ਹੋਰ ਹੈ ਨਹੀਂ। ਰੱਬ ਵਰਗਾ ਰੱਬ ਹੀ ਹੈ, ਗੁਰੂ ਵਰਗਾ ਗੁਰੂ ਹੀ ਹੈ। ਨਕਲ ਭਾਵੇਂ ਕੋਈ ਕਰ ਲੈ, ਪਰ ਕੋਈ ਗੁਰੂ ਪਰਮੇਸ਼ਵਰ ਵਰਗਾ ਬਣ ਨਹੀਂ ਸਕਦਾ। ਮੇਰੇ ਸਾਹਿਬ ਕਹਿੰਦੇ, ਹਰ ਜਿਹਾ ਅਵਰ ਨਾ ਦਿਸਈ। ਹਰੀ ਵਰਗਾ ਕੋਈ ਨਜ਼ਰ ਨਹੀਂ ਆਉਂਦਾ, ਕੋਈ ਦੂਜਾ ਲਵੇ ਨਾ ਲਾਏ। ਕੋਈ ਕਹਿੰਦੇ ਨੇੜੇ ਲਾਉਣ ਲਈ ਤਿਆਰ ਨਹੀਂ। ਕਿਸੇ ਗੁਨਾਹਗਾਰ ਨੂੰ, ਔਗਣਿਆਰੇ ਨੂੰ ਰੱਬ ਤੋਂ ਬਿਨਾ ਭਲਾ ਕੌਣ ਨੇੜੇ ਲਾਉਂਦਾ ਹੈ? ਇੱਕੋ ਰੱਬ ਹੀ ਹੈ ਜਿਹੜਾ ਇੰਨੇ ਔਗਣ ਬੰਦੇ ਦੇ ਹੁੰਦੇ ਨੇ ਤੇ ਇੰਨੇ ਔਗਣਾਂ ਨੂੰ ਸੰਭਾਲ ਕੇ ਰੱਖਦਾ। ਹਰ ਜਿਹਾ ਅਵਰ ਨਾ ਦਿਸਈ, ਉਹਦਾ ਪਰਦਾ ਢੱਕ ਕੇ ਰੱਖਦਾ। ਕੋਈ ਉਹਦੇ ਵਰਗਾ ਨਹੀਂ। ਕੋਈ ਦੂਜਾ ਲਵੇ ਨਾ ਲਾਏ, ਕੋਈ ਦੂਜਾ ਨੇੜੇ ਨਹੀਂ ਲਾਉਂਦਾ। ਹਲਤ ਪਲਤ ਸਵਾਰਿਓਨ, ਰੱਬ ਜੀ ਜਦੋਂ ਆ ਗਏ, ਉਹਨਾਂ ਨੇ ਫਿਰ ਕੀ ਕੀਤਾ? ਉਹਨਾਂ ਨੇ ਲੋਕ ਪਰਲੋਕ, ਜਿਹਨੂੰ ਜਿਹਦੇ ਵਿੱਚ ਆਏ, ਜਿਹਨੂੰ ਪ੍ਰਾਪਤੀ ਬਖਸ਼ੀ, ਉਹਨਾਂ ਨੇ ਉਹਦਾ ਲੋਕ ਪਰਲੋਕ ਸਵਾਰ ਦਿੱਤਾ। ਮੇਰੇ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਨੇ, ਲੋਕ ਪਰਲੋਕ ਉਹਨਾਂ ਹਲਤ ਪਲਤ ਸਵਾਰਿਓਨ, ਲੋਕ ਪਰਲੋਕ ਸਵਾਰ ਦਿੱਤਾ। ਨੇਚਲ ਦਿੱਤੀਆਂ ਜਾਏ, ਤੇ ਉਹਨਾਂ ਰੱਬ ਨੇ ਉਸ ਨਾਮ ਜਪਣ ਵਾਲੇ ਨੂੰ, ਬੰਦਗੀ ਕਰਨ ਵਾਲੇ ਨੂੰ, ਜਿਹਨੂੰ ਰੱਬ ਮਿਲਿਆ ਸੀ, ਉਹਨੂੰ ਨੇਹ ਚੱਲ, ਜਿਹੜੀ ਨਾ ਚੱਲੇ ਥਾਂ, ਉਹ ਥਾਂ ਦੇ ਦਿੱਤੀ, ਜਿਹੜੀ ਥਾਂ ਕਦੀ ਖਤਮ ਨਹੀਂ ਹੁੰਦੀ, ਜਿਹਨੂੰ ਆਪਾਂ ਕਹਿੰਦੇ ਆ ਸੱਚਖੰਡ। ਆਪਣੇ ਚਰਨਾਂ ਦੀ ਛੋਹ ਦੇ ਦਿੱਤੀ। ਮਰਨ ਤੋਂ ਬਾਅਦ ਵੀ, ਸਰੀਰ ਛੱਡਣ ਤੋਂ ਬਾਅਦ ਵੀ ਉਹ ਉਹਦੇ ਚਰਨਾਂ ਵਿੱਚ ਹੀ ਨੇ। ਉਹ ਆਵਾ ਗਾਉਣ ਵਿੱਚ ਨਹੀਂ ਪੈਂਦੇ।
मेरे गरीब नवाज पातशाह जी कहते ने चल दिती अन जाए। अगला बचन संसार सागर ते रखे अन। उन्होंने रब ने संसार सागर तो रख लिया। बड़ा भयानक सागर है ये संसार। मेरे गरीब नवाज पातशाह महाराज कहते ने ना इना भयानक तित सरवर डै भई ले निवासा पानी पावक तिने किया पंकज मोह पग नहीं चाले हम देखा तैं डूबी आले। मेरे गरीब नवाज पातशाह कहते ने संसार समुंदे तार गोबिंदे तार ले बाप बीठला मैं अजान जन तरबे ना जानू मोको बाहां दे बीठला। इना भयानक साहब कहते ने ये समुंदर है। जत जप तप का बंद बेड़ला जित लंघे वहेला न सरवर न उछलै ऐसा तरन सुहेला। हजूर कहते ने संसार सागर ते रखे अन परमेश्वर जी ने रख लिया कृपा की दयालता की ते उन्होंने साधु पुरुष नूं नाम जपण वाले नूं सिमरन करन वाले नूं बचा लिया। दास ने पहला भी शायद एक गाथा सुनाई होवे फिर बेनती कर देना। मेरी पीरी दे मालक गुरु हरगोबिंद साहब सच्चे पातशाह जी दरिया दे एक किनारे ते हजूर दियां फौजां शिकार विच मशरूफ ने। गरीब नवाज पातशाह महाराज एक जगह ते उत्थे सुभाएमान ने उन्हां फौजां विच आनन फानन विच गरीब नवाज पातशाह जी ने हुक्म कर दिता शिकार बंद कर दिता जाए। शिकार बंद हो गया। सारे गुरु के सवारियों सतगुरां दे चरनां विच पहुंच गए। मेरे गरीब नवाज पातशाह महाराज कहते ने आपां दरिया पार करके और सामने इस दरिया दे किनारे ते एक नगर है उथे पहुंचना है। जल्दी नाल हजूर दरिया विच बहिंदे एक बेड़े ते सुभाएमान होए सिख नाल चढ़े दूसरे किनारे ते गरीब नवाज पातशाह जी पहुंच गए। सिख नाल ने उस किनारे तो गां पैदल ही हो तुरे और जल्दी दे नाल गुरु के सवारो सफर तय करदिया मेरे गरीब नवाज पातशाह जी एक नगर विच पहुंचते ने। उस नगर विच एक घर बनया है। उस घर विच एक मकान है। उस मकान विच एक मंजा डठा है। उस मंजे ते एक शरीर पिया जिहड़ा बहुत ज़्यादा कमज़ोर है। उस शरीर ने अपने उत्ते एक चिट्टी चादर लई हुई है। बड़ी नेड़े हो के सुनन नूं प्रतीत हुंदा है कि उस शरीर विच साह हाली मौजूद ने ते उस शरीर विचों आवाज़ निकलती है मीरी पीरी दे मालक मैनू कदों आके दर्शन दिओगे। कई दिनों तो शरीर ने खाना पीना बंद किया होया सी। अंतम सेजा ते ये शरीर पिया होया सी। मानो अड़ीक धन गुरु हरगोबिंद साहब सच्चे पातशाह जी दी सी
ਤੇ ਉਸ ਸਰੀਰ ਵਿੱਚ ਇਹ ਇੱਛਾ ਸੀ ਕਿ ਮੈਨੂੰ ਜੇ ਵਿਦਾਇਗੀ ਦੇਣ ਇਸ ਸੰਸਾਰ ਤੋਂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਆ ਕੇ ਦੇਣ। ਗਰੀਬ ਨਵਾਜ ਪਾਤਸ਼ਾਹ ਜੀ ਪਹੁੰਚ ਗਏ, ਸਿੱਖਾਂ ਨੂੰ ਪਿੱਛੇ ਖੜੇ ਕਰ ਦਿੱਤਾ, ਇੱਕ ਦੋ ਸਿੱਖਾਂ ਨੂੰ ਨਾਲ ਲੈ ਕੇ ਖੁਰ ਅੱਗੇ ਹੋਏ। ਦਰਵਾਜ਼ਾ ਖੁੱਲਿਆ, ਨੇੜੇ ਜਾ ਕੇ ਉਸ ਮੰਜੇ ਤੇ ਨੇੜੇ ਹੋਏ। ਉਹ ਸਰੀਰ ਇੰਨਾ ਦੁਰਬਲ ਸੀ, ਉੱਠ ਨਹੀਂ ਸੀ ਸਕਦਾ। ਮੇਰੇ ਗਰੀਬ ਨਵਾਜ ਪਾਤਸ਼ਾਹ ਜੀ ਦੀ ਆਪਣੀ ਰਸਨਾ ਤੋਂ ਕੋਈ ਸ਼ਬਦ ਕਿਸੇ ਸਿੱਖ ਨੂੰ ਕਿਹਾ ਤੇ ਇੱਕੋ ਦਮ ਉਹ ਸਰੀਰ ਕੋਈ ਹੋਰ ਨਹੀਂ, ਉਹ ਸਰੀਰ ਸੀ ਮਾਤਾ ਕੌਲਾ। ਹਜ਼ੂਰ ਕਿਸੇ ਸਿੱਖ ਨਾਲ ਦੇ ਨਾਲ ਬਚਨ ਕਰਦੇ ਨੇ, ਮਾਤਾ ਕੌਲਾ ਜੀ ਇੱਕੋ ਦਮ ਮੰਜੇ ਤੇ ਪਿਆ ਹੋਇਆ ਸਰੀਰ ਤਰਬਕ ਪਿਆ। ਲੱਗਦਾ ਜਿਸ ਨੂੰ ਯਾਦ ਕਰਦੀ ਸਾਂ ਉਹ ਪਹੁੰਚ ਚੁੱਕੇ ਨੇ। ਆਪਣੇ ਕਮਜ਼ੋਰ ਹੱਥਾਂ ਨਾਲ ਆਪਣੇ ਮੂੰਹ ਤੋਂ ਕੱਪੜੇ ਨੂੰ ਪਾਸੇ ਕੀਤਾ, ਕੰਮ ਦੇ ਹੱਥ ਦੋਵੇਂ ਜੋੜੇ। ਹਜ਼ੂਰ ਇੰਨੇ ਚਿਰ ਨੂੰ ਮੰਜੇ ਦੇ ਬਹੁਤ ਨਜ਼ਦੀਕ ਪਹੁੰਚ ਚੁੱਕੇ ਸਨ। ਹੱਥ ਜੋੜਨ ਤੋਂ ਬਾਅਦ ਦੋਵੇਂ ਹੱਥ ਮੰਜੇ ਦੀਆਂ ਦੋਵਾਂ ਹੀਆਂ ਨੂੰ, ਦੋਵਾਂ ਬਾਹੀਆਂ ਨੂੰ ਪਾ ਕੇ ਜਦੋਂ ਉੱਠਣ ਦਾ ਯਤਨ ਕੀਤਾ, ਸਰੀਰ ਇੰਨਾ ਕਮਜ਼ੋਰ ਸੀ ਉੱਠਿਆ ਨਾ ਗਿਆ। ਮੇਰੇ ਗਰੀਬ ਨਵਾਜ ਪਾਤਸ਼ਾਹ ਜੀ ਨੇੜੇ ਹੋ ਕੇ ਕਹਿਣ ਲੱਗੇ, ਕੌਲਾ ਤੈਨੂੰ ਉੱਠਣ ਦੀ ਜ਼ਰੂਰਤ ਨਹੀਂ। ਮਹਾਰਾਜ ਮੈਂ ਆਪ ਜੀ ਨੂੰ ਨਮਸਕਾਰ ਕਰਨਾ ਚਾਹੁੰਦੀ ਹਾਂ, ਪਰ ਸਰੀਰ ਨੇ ਇਸ ਪੜਾਂ ਤੇ ਮੈਨੂੰ ਧੋਖਾ ਦੇ ਦਿੱਤਾ ਹੈ। ਮੈਂ ਆਪ ਜੀ ਨੂੰ ਯਾਦ ਕਰਦੀ ਰਹੀ, ਆਪ ਜੀ ਦੀ ਚਰਨਾਂ ਵਿੱਚ ਜੁੜ ਕੇ ਮੈਂ ਆਪਣੇ ਆਪੇ ਨੂੰ ਸਫਲਾ ਕੀਤਾ ਹੈ। ਹੁਣ ਇਸ ਲੱਗਦਾ ਇਸ ਸਰੀਰ ਦੇ ਕੋਈ ਚੰਦ ਕੁ ਸਵਾਸ ਬਾਕੀ ਨੇ, ਉਸ ਤੋਂ ਬਾਅਦ ਇਹ ਸਰੀਰ ਸਦਾ ਲਈ ਸ਼ਾਂਤ ਹੋ ਜਾਏਗਾ। ਗਰੀਬ ਨਵਾਜ ਪਾਤਸ਼ਾਹ, ਮੈਂ ਬਚਪਨ ਵਿੱਚ ਬਹੁਤ ਦੁੱਖ ਆਪਣੇ ਬਾਪ ਦੇ ਘਰ, ਮਾਂ ਦੇ ਘਰ ਹੰਡਾਏ ਨੇ, ਪਰ ਤੁਹਾਡੇ ਪਿਆਰ ਨੇ ਮੇਰੇ ਜੀਵਨ ਨੂੰ ਸਫਲਾ ਕੀਤਾ ਹੈ। ਇੱਕ ਬੇਨਤੀ ਹੈ, ਮਰਨ ਤੋਂ ਬਾਅਦ ਮੈਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਓ। ਮਰਨ ਤੋਂ ਬਾਅਦ, ਸਰੀਰ ਦੇ ਬਿਨਸਣ ਤੋਂ ਬਾਅਦ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ। ਤੇ ਮੇਰੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਉਸ ਵੇਲੇ ਬਚਨ ਕਹੇ, ਉਹ ਬਚਨ ਬੜੇ ਪਿਆਰੇ। ਨੇੜੇ ਹੋ ਕੇ ਆਪਣੀ ਰਹਿਮਤ ਦਾ ਹੱਥ ਸਿਰ ਤੇ ਰੱਖਿਆ ਤੇ ਸਾਹਿਬ ਨੇ ਕਹਿ ਦਿੱਤਾ, ਜਨਮ ਮਰਨ ਨੈ ਹੋਏ ਹੈ ਤੇਰਾ। ਇਹ ਕੌਲਾਂ, ਇਹ ਗੁਰੂ ਨਾਨਕ ਦਾ ਘਰ ਹੈ। ਤੈਨੂੰ ਆਪਣੀ ਜ਼ੁਬਾਨ ਤੋਂ ਇਹ ਸ਼ਬਦ ਮੈਂ ਕਹਿਣਾ ਵਾਂ ਕਿ ਗੁਰੂ ਨਾਨਕ ਦੇ ਘਰ ਵਿੱਚ ਜਿਹੜਾ ਪਿਆਰ ਨਾਲ ਕੋਈ ਚੰਦ ਦਿਨ ਵੀ ਖਿਦਮਤ ਬੋਸ਼ੀ ਕਰ ਲਵੇ, ਸੇਵਾ ਕਰ ਲਵੇ, ਗੁਰੂ ਨਾਨਕ ਉਹਨੂੰ ਕਦੀ ਮਾੜੀ ਥਾਂ ਤੇ ਜਾਨ ਨਹੀਂ ਦਿੰਦੇ। ਜਨਮ ਮਰਨ ਨਾ ਹੋਏ ਹੈ ਤੇਰਾ, ਗੁਰ ਚਰਨਨ ਮੈਂ ਸਦਾ ਬਸੇਰਾ। ਤੇਰਾ ਗੁਰੂ ਚਰਨਾਂ ਵਿੱਚ ਸਦਾ ਬਸੇਰਾ ਹੋਵੇਗਾ। ਇਉਂ ਕਿਹਾ, ਰਹਿਮਤ ਦੇ ਬਖਸ਼ਿਸ਼ ਕੀਤੀ। ਮਾਤਾ ਜੀ ਨੇ ਸਰੀਰ ਛੱਡ ਦਿੱਤਾ, ਜੀਵਨ ਸਫਲਾ ਹੋ ਗਿਆ। ਇਹ ਕਹਾਣੀ ਹੈ ਉਹਨਾਂ ਲੋਕਾਂ ਦੀ ਜਿਨ੍ਹਾਂ ਦਾ ਗੁਰੂ ਨੇ ਹਲਤ ਪਲਤ ਸਵਾਰਿਆ। ਹਲਤ ਪਲਤ ਸਵਾਰੇ ਉਨ ਨੇਚਲ ਦਿੱਤੀਨ ਜਾਏ, ਸੰਸਾਰ ਸਾਗਰ ਤੇ ਰੱਖਿਆਨ। ਸੰਸਾਰ ਸਾਗਰ ਤੋਂ ਰੱਖ ਲਿਆ, ਬਹੁੜ ਨਾ ਜਨਮੈ ਧਾਏ। ਉਹਨਾਂ ਨੂੰ ਦੁਬਾਰਾ ਜਨਮ ਨਹੀਂ ਲੈਣਾ ਪਿਆ। ਤੁਸੀਂ ਆਖੋਗੇ ਜਨਮ ਮੌਤ ਤੋਂ ਛੁਟਕਾਰੇ ਲਈ ਤਾਂ ਹਰ ਕੋਈ ਅਰਦਾਸ ਕਰਦਾ ਹੈ, ਪਰ ਜਨਮ ਨਹੀਂ ਲੈਣਾ ਪਿਆ। ਜਨਮ ਦੀ ਤਾਂ ਗੱਲ ਕੋਈ ਨਹੀਂ ਸੀ। ਨਹੀਂ ਸਾਧ ਸੰਗਤ, ਜਨਮ ਹੈ ਤਾਂ ਹੀ ਤਾਂ ਮੌਤ ਹੈ। ਜੇ ਜਨਮ ਹੀ ਨਾ ਹੋਵੇ, ਮੌਤ ਕਿਹਨੂੰ ਆਵੇ? ਤੋ ਇਸ ਕਰਕੇ ਮੇਰੇ ਸਾਹਿਬ ਜੀ ਕਹਿੰਦੇ ਨੇ, ਫਿਰ ਅਗਲਾ ਬਚਨ
जेबा एक अनेक गुण। ऐ वाहिगुरु जी मेरी एक जबान है, तेरे गुण अनेक हन। तरे ਉਹ ਤਰ ਜਾਂਦੇ ਨੇ ਕੌਣ? जेबा एक अनेक गुण तरे नानक चरनी पाए। ਜਿਹੜੇ ਤੇਰੇ ਚਰਨਾਂ ਵਿੱਚ ਪੈ ਜਾਣ, ਜੋ ਤੇਰੇ ਚਰਨਾਂ ਵਿੱਚ ਆ ਜਾਣ ਮੇਰੇ ਵਾਹਿਗੁਰੂ ਜੀ, ਉਹਨਾਂ ਦਾ ਜੀਵਨ ਸਫਲਾ ਹੋ ਜਾਂਦਾ ਹੈ। ਫਲਗੁਣ ਨਿਤ ਸਲਾਹੀਐ, ਜਿਸਨੂੰ ਤਿਲ ਨਾ ਤਮਾਏ। ਸਾਹਿਬ ਕਹਿਣ ਲੱਗੇ ਫਲਗੁਣ ਦੇ ਮਹੀਨੇ ਰਾਹੀਂ ਉਪਦੇਸ਼ ਦਿੰਦੇ, ਐ ਭਾਈ ਉਸ ਵਾਹਿਗੁਰੂ ਨੂੰ ਧਿਆਈ ਜਿਹਨੂੰ ਤਿਲ ਜਿੰਨੀ ਤਮਾ ਨਹੀਂ, ਜਿਹਨੂੰ ਤੇਰੇ ਕੋਲੋਂ ਬਿਲਕੁਲ 1% ਵੀ ਕੋਈ ਡਿਮਾਂਡ ਨਹੀਂ ਕਰਦਾ ਵੀ ਤੂੰ ਮੈਨੂੰ ਆਹ ਦੇਵੀਂ, ਮੈਂ ਤੇਰੇ ਤੋਂ ਆਹ ਭਾਲਦਾ ਨਹੀਂ। ਕਦੀ ਰੱਬ ਨੂੰ ਕਦੀ ਕਿਸੇ ਤੋਂ ਮੰਗ ਨਹੀਂ ਕੀਤੀ। ਰੱਬ ਨੇ ਦਿੱਤਾ ਹੀ ਹੈ, ਲਿਆ ਕੁਛ ਨਹੀਂ। ਬੰਦਾ ਹੀ ਲੈ ਕੇ ਮੁੱਕਰਦਾ ਹੈ। ਇੱਥੇ ਫੱਗਣ ਦੇ ਮਹੀਨੇ ਦੀ 12 ਮਹੀਨੇ ਸੰਪੂਰਨ ਹੁੰਦੇ ਨੇ। ਅੱਗੇ ਇੱਕ ਪਦ ਸਾਹਿਬ ਜੀ ਨੇ ਵਰਤਿਆ ਹੈ 12 ਮਾਹ ਦੀ ਬਾਣੀ ਤੋਂ ਪਹਿਲਾਂ ਵੀ, ਜੇ ਕਿਰਤ ਕਰਮ ਕੇ ਵਿਛੜੇ, ਔਰ ਫਲਗੁਣ ਦੇ ਮਹੀਨੇ ਦਾ ਭੋਗ ਪੈਣ ਤੋਂ ਬਾਅਦ ਵੀ ਇੱਕ ਬਚਨ ਸਾਹਿਬ ਜੀ ਨੇ ਇੱਕ ਪਦ ਕਿਹਾ। ਕਹਿ ਲੱਗੇ ਤਤ ਸਾਰ ਕੱਢਿਆ, ਆਖਣ ਲੱਗੇ ਧਿਆਨ ਨਾਲ ਸੁਣਿਓ, ਇਹ ਸਾਰੀ ਕਹਾਣੀ, ਇਹ ਸਾਰੀ ਖੇਡ ਤਾਂ ਵਾਪਰਦੀ ਹੈ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਜਿਨ੍ਹਾਂ ਜਿਨ੍ਹਾਂ ਨੇ ਨਾਮ ਜਪਿਆ, ਭਾਵੇਂ ਕੋਈ ਜਪ ਲੈ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ। ਆਡ ਦਾਮ ਕੋਸ਼ੀ ਪਰੋ ਹੋਇਓ ਲਾਖੀਨਾ। बुण ना तन ना त्याग कै प्रीत चरण कबीरा। नीच कुला जो लाहारा भयो गुणी गहीरा। रविदास टवंता टोर नीत तिन त्यागी माया। प्रगट होवा साध संग हर दर्शन पाया। सैन नाई बुतकारिया ओए कर कर सुनिया। हिरदय बसिया पार ब्रह्म भगता में गणिया। ए बिद सुन कै जाटरो उठ भगती लागा। मिले प्रतख गुसाइया तना वड भागा। जिन जिन नाम त्याया, जिन्हां जिन्हां ने नाम जपिया, तिन के काज सरे, उन्हां दे कारज सौर गए। ते एक कारज दी तुहानू उदाहरण दे के समाप्ति करां। बाणी विच उस दी उदाहरण साहब ने दिती। भगत नामदेव साहब दी छपड़ी उड गई। परमेश्वर ने इन्नी किरपा की, बड़ी वधिया उहदे थां ते मकान बना दिता, छपरी बना दिती। ये तां बाणी कहंदी है, ते जो बाणी कहंदी उह ते सिख नूं मन लेना चाहिए। क्योंकि भगत जी नाम जपते सन, सेवा करते सन, तो उन्होंने आप बचन कह लगे जदों बन गई छपरी, बड़ी वधिया बनी, मजबूत बनी, तो मेरे नाल दे जेड़े गवांढी सन, उस गवांढण भैन ने मेरी छपड़ी नूं वेख के आखिया, नामदेव जेड़े मिस्त्री तेरी छपड़ी बनाउंदे सन कित्थों आए सन? जेड़ा मटीरियल तेरी छपरी ते लगा कित्थों मंगाया सी? जेड़े राज मिस्त्री इहदे ते लगे, मैं उन्हां नूं दूनी मजूरी दे देंगी जे साडी भी छपरी बना देन। भगत जी हस पै, कह लगे मेरे तुहाडे विच फर्क बहुत है। ओ इंजीनियर, ओ मिस्त्री, ये मटीरियल ना मैं किधरों लियांदा है, ना मैं लिया के दिता है। ये तो ओ जाने जिहदी याद विच जुड़े बैठदे आ, बस उन्हें ही सब कुछ कीता है। उत्थे उन्हां वचन कीता, पाड़ पढ़ो सन पूछ ले नामा, कह पहचान शवाई हो। तो पै दुगनी मजूरी दे हूँ, मुको बेडी दे बताई हो। री भाई ਇਹਦਾ मतलब ऐ भैन, री बाई बेडी देन न जाई। देख बेडी रहो समाई रहाओ,
बेदी प्रीत मजूरी मांगै, जे को शान सहावै हो। लोग कुटुंब सब हूँ ते तोरै, तो आपन बेदी आवै हो। बेदी प्रीत मजूरी मांगै, ਉਹ ਮਜ਼ਦੂਰੀ ਮੰਗਦਾ ਹੈ ਬੇਦੀ ਕਿਹੜੀ? ਹਰ ਵੇਲੇ ਸਿਮਰਨ ਕਰਨ ਦੀ। ਤੇ ਜੇ ਮਜ਼ਦੂਰੀ ਭੈਣ ਦੇਣ ਲਈ ਤਿਆਰ ਹੈ ਤਾਂ ਫਿਰ ਕੋਈ ਸ਼ੱਕ ਨਹੀਂ, ਹਰ ਕੰਮ ਰੱਬ ਕਰੇਗਾ। ਗੁਰੂ ਅਰਜਨ ਸਾਹਿਬ ਮਹਾਰਾਜ ਬਚਨ ਕਹਿੰਦੇ ਨੇ, ਭਗਤ ਜੀ ਬਚਨ ਕਹਿੰਦੇ, ਬੇਦੀ ਪ੍ਰੀਤ ਮਜੂਰੀ ਮੰਗੈ, ਜੇ ਕੋ ਛਾਨ ਚੁਹਾਵੈ ਹੋ। ਲੋਗ ਕੁਟੁੰਬ ਸਭ ਹੂੰ ਤੇ ਤੋਰੈ, ਤੋ ਆਪਣ ਬੇਦੀ ਆਵੈ ਹੋ। ਬਸ ਇਹ ਹੈ ਜਿਹੜਾ ਸਿਮਰਨ ਕਰਦੇ। ਸਾਹਿਬ ਕਹਿੰਦੇ, ਜਿਨ ਜਿਨ ਨਾਮ ਧਿਆਇਆ, ਤਿਨ ਕੇ ਕਾਜ ਸਰੇ। ਉਹਨਾਂ ਦੇ ਕਾਰਜ ਸੌਰ ਗਏ, ਜਿਨ੍ਹਾਂ ਨੇ ਸਿਮਰਨ ਕੀਤਾ, ਜਿਨ੍ਹਾਂ ਨੇ ਭਜਨ ਬੰਦਗੀ ਕੀਤੇ, ਉਹਨਾਂ ਨੂੰ ਕੋਈ ਘਾਟਾ ਨਹੀਂ। ਕਿਹੜੀ ਚੀਜ਼ ਹੈ ਜਿੱਥੇ ਸਿਮਰਨ ਕਰਨ ਵਾਲੇ ਨੂੰ ਜਿਹੜੀ ਦਾਤ ਨਾ ਮਿਲਦੀ ਹੋਵੇ? ਜਿਨ ਜਿਨ ਨਾਮ ਧਿਆਇਆ, ਤਿਨ ਕੇ ਕਾਜ ਸਰੇ। ਹਰ ਗੁਰ ਪੂਰਾਇਆ, ਰਾਧਿਆ ਦਰਗੇ ਸੱਚ ਕਰੇ। ਜਿਨ੍ਹਾਂ ਨੇ ਮੇਰੇ ਗੁਰੂ ਪੂਰੇ ਨੂੰ ਅਰਾਧਿਆ, ਸਿਮਰਨ ਕੀਤਾ, ਦਰਗਾਹ ਵਿੱਚ ਖੜੇ ਹੋ ਗਏ, ਨਿਰਮਲ ਹੋ ਗਏ। ਇੰਨੇ ਨਿਰਮਲ ਹੋ ਗਏ, ਉਹਨਾਂ ਨੂੰ ਕੋਈ ਰੇ ਰੇ ਦਰਗਹਿ ਕਹੈ ਨਾ ਕੋਊ। ਆਓ ਬੈਠ ਆਦਰ ਸੁਭ ਦੇਉ। ਹਰ ਗੁਰ ਪੂਰਾ ਆਰਾਧਿਆ, ਦਰਗਹਿ ਸੱਚ ਖਰੇ। ਸਰਬ ਸੁਖਾਂ ਨਿਧ ਚਰਨ, ਹਰ ਭਉ ਜਲ ਬਿਖਮ ਤਰੇ। ਸਾਰੇ ਸੁੱਖ ਉਹਨਾਂ ਦੀ ਝੋਲੀ ਵਿੱਚ ਮੇਰੇ ਵਾਹਿਗੁਰੂ ਮੇਰੇ ਪਰਮੇਸ਼ਵਰ ਨੇ ਪਾ ਦਿੱਤੇ, ਤੇ ਬਿਖਮ ਸਾਗਰ ਤੋਂ ਤਰ ਗਏ। ਪ੍ਰੇਮ ਭਗਤ ਤਿਨ ਪਾਈਆ, ਪ੍ਰੇਮਾ ਭਗਤੀ ਉਹਨਾਂ ਨੂੰ ਮਿਲ ਗਈ। ਵਿਖਿਆ ਨਾਹੀਂ ਜਰੇ, ਵਿਖਿਆ ਕਹਿੰਦੇ ਨੇ ਜ਼ਹਿਰ ਨੂੰ, ਜ਼ਹਿਰ ਕਹੀਏ ਮਾਇਆ ਨੂੰ। ਕਹਿਣ ਲੱਗੇ ਮਾਇਆ ਦੇ ਜ਼ਹਿਰ ਵਿੱਚ ਸੜੇ ਨਹੀਂ। ਪ੍ਰੇਮ ਭਗਤ ਤਿਨ ਪਾਈਆ, ਵਿਖਿਆ ਨਾਹੀਂ ਜਰੇ। ਸਾਹਿਬ ਕਹਿੰਦੇ, ਕੂੜ ਗਏ ਦੁਬਦਾ ਨਸੀ, ਪੂਰਨ ਸੱਚ ਭਰੇ। ਉਹਨਾਂ ਵਿੱਚੋਂ ਝੂਠ ਖੰਭ ਲਾ ਕੇ ਉੱਡ ਗਿਆ, ਕੂੜ ਗਏ ਦੁਬਦਾ ਨਸੀ, ਦੁਬਦਾ ਖਤਮ ਹੋ ਗਈ। ਪੂਰਨ ਸੱਚ ਭਰੇ, ਸੱਚ ਵਿੱਚ ਲਬਾ ਲਬ ਭਰੇ ਗਏ। ਪਾਰ ਬ੍ਰਹਮ ਪ੍ਰਭ ਸੇਵੰਦੇ, ਮਨ ਅੰਦਰ ਏਕ ਤਰੇ। ਉਹ ਵਾਹਿਗੁਰੂ ਨੂੰ ਸੇਵਨ ਲੱਗੇ, ਸਿਮਰਨ ਕਰਨ ਲੱਗੇ। ਮਨ ਵਿੱਚ ਉਹਨਾਂ ਨੇ ਇੱਕੋ ਨਿਰੰਕਾਰ ਨੂੰ ਧਰਿਆ, ਇੱਕੋ ਨਿਰੰਕਾਰ ਦਾ ਸਿਮਰਨ ਕੀਤਾ। ਫਿਰ ਹਜ਼ੂਰ ਬਚਨ ਕਹਿੰਦੇ, ਮਹਾ ਦਿਵਸ ਮੂਰਤ ਭਲੇ। ਸਾਹਿਬ ਕਹਿੰਦੇ, ਮਾਹ ਮਹੀਨੇ, ਦਿਵਸ ਦਿਨ, ਮੂਰਤ ਮੂਰਤ ਘੜੀਆਂ, ਪਲ ਚਸੇ ਵਿਸੇ, ਸਾਰੇ ਭਲੇ ਸਭ ਪਵਿੱਤਰ। ਜਿਸ ਕੋ ਨਦਰ ਕਰੇ, ਜਿਨ੍ਹਾਂ ਤੇ ਮੇਰਾ ਵਾਹਿਗੁਰੂ ਜਿਹਦੇ ਤੇ ਕਿਰਪਾ ਕਰ ਦੇਵੇ, ਰਹਿਮਤ ਕਰ ਦੇਵੇ। ਫਿਰ ਕਹਿੰਦੇ, ਨਾਨਕ ਮੰਗੈ ਦਰਸਦਾਨ, ਕਿਰਪਾ ਕਰੋ ਹਰੇ। ਹਜ਼ੂਰ ਕਹਿੰਦੇ, ਤੂੰ ਵੀ ਆਖਿਆ ਕਰ, ਨਾਨਕ ਮੰਗੈ ਦਰਸਦਾਨ, ਕਿਰਪਾ ਕਰੋ ਹਰੇ। ਇਸ ਬੇਨਤੀ ਨਾਲ ਸਾਹਿਬ ਜੀ ਨੇ ਇਹਨਾਂ ਬਚਨਾਂ ਦੀ ਸਮਾਪਤੀ ਕੀਤੀ। ਹਜ਼ੂਰ ਕਹਿੰਦੇ, ਹਰ ਵੇਲੇ ਭਜਨ ਸਿਮਰਨ ਕਰਿਆ ਕਰ, ਤੇਰਾ ਜੀਵਨ ਸਫਲਾ ਹੋਏਗਾ। ਬੇਨਤੀ ਕਰਿਆ ਕਰ, ਆਖਿਆ ਕਰ, ਮਾਲਕ ਕਿਰਪਾ ਕਰੋ, ਬਖਸ਼ਿਸ਼ ਕਰੋ, ਰਹਿਮਤ ਕਰੋ, ਸਾਨੂੰ ਆਪਣੇ ਚਰਨਾਂ ਨਾਲ ਜੋੜ ਲਵੋ। ਨਾਮ ਬਖਸ਼ੋ, ਸਿਮਰਨ ਬਖਸ਼ੋ, ਜੀਵਨ ਦਾ ਭਲਾ ਬਖਸ਼ੋ। ਗੁਰੂ ਕਿਰਪਾ ਕਰੇਗਾ। ਸਾਧ ਸੰਗਤ ਆਓ ਸਾਰੇ ਹੀ ਇਹ ਬੇਨਤੀ ਕਰੀਏ ਜੀ। ਮੇਲ ਲਹੋ ਦਇਆਲ ਪਿਆਰੇ, ਮੇਲ ਲਹੋ ਦਇਆਲ, ਮੇਲ ਲਹੋ ਦਇਆਲ ਜੀਓ, ਮੇਲ ਲਹੋ ਦਇਆਲ, ਮੇਲ
ਬੇਨਤੀ ਸਾਧ ਸੰਗਤ, ਜਦੋਂ ਅੰਦਰੋਂ ਧੂ ਕੇ ਇਹ ਅਰਦਾਸ ਕੀਤੀ ਜਾਏ ਤੜਫ ਨਾਲ, ਤਾਂ ਮੇਰਾ ਪਰਮੇਸ਼ਵਰ ਸਤਿਗੁਰੂ ਕਿਰਪਾ ਕਰਕੇ ਦਾਤ ਬਖਸ਼ ਦਿੰਦੇ ਨੇ। ਤੋ ਅਸਾਂ ਨੇ ਇਹ ਅਰਦਾਸ ਕੀਤੀ, ਸਤਿਗੁਰੂ ਕਿਰਪਾ ਕਰਨ। ਆਓ ਸਾਰਿਆਂ ਨੇ ਇਹ ਮੰਗ ਕੇ ਫਿਰ ਸਮਾਪਤੀ ਕਰੀਏ। ਨਾਮ ਮਿਲੇ ਤਾਂ ਜੀਵਾਂ, ਨਾਨਕ ਨਾਮ ਮਿਲੇ, 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 ਨਾਨਕ ਨਾਮ ਮਿਲੇ ਤਾਂ ਜੀਵਾਂ, 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 ਨਾਨਕ ਨਾਮ ਮਿਲੇ ਤਾਂ ਜੀਵਾਂ। ਤਨ ਮਨ ਥੀਵੈ ਹਾਰਿਆ, ਤਨ ਮਨ ਥੀਵੈ ਹਾਰਿਆ, ਤਨ ਮਨ ਥੀਵੈ ਹਰਿਆ, ਤਨ ਮਨ ਥੀਵੈ ਹਰਿਆ, ਤਨ ਮਨ ਥੀਵੈ ਹਰਿਆ, ਤਨ ਮਨ ਥੀਵੈ ਹਰਿਆ, ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ, ਇੱਕ ਮੈਂ ਕੋ ਤਾਂ ਇਹਦਾ ਨਾਮ ਸਪਨੋ, ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ,